अकाल जी। मैं फास्ट न्यूज़ का डॉक्टर KS भट्टी और मेरे नाल मेरे इस चैनल ने DDS न्यूज़ और BBC इंटरनेशनल रेडियो। ਅੱਜ ਅਸੀਂ ਆਏ ਹਾਂ ਮੋਹਾਲੀ ਦੇ ਵਿੱਚ ਸੈਕਟਰ 55 ਜਿੱਥੇ ਕਿ ਵੂਮਨ ਕਮਿਸ਼ਨ ਦਾ ਦਫ਼ਤਰ ਹੈ ਮੈਡਮ ਮਨੀਸ਼ਾ ਗੁਲਾਟੀ। ਲੇਕਿਨ ਅਸੀਂ ਇੱਥੇ ਆਏ ਹਾਂ ਕਿਸੇ ਦਾ ਕੇਸ ਲੈ ਕੇ ਤਾਂ ਆ ਕੇ ਦੇਖਣ ਨੂੰ ਮਿਲਦਾ ਕਿ ਦੁਨੀਆ ਬਹੁਤ ਹੀ ਦੁਖੀ ਹੈ। ਅੱਜ ਕੱਲ੍ਹ ਜੋ ਮਾਮਲੇ ਹੈਗੇ ਆ ਜ਼ਮੀਨ ਜਾਇਦਾਦ ਨੂੰ ਲੈ ਕੇ भी कोई सोच नहीं सकता कि एक बेटा एक बेटी का भी कतल करने की कोशिश करेगा। और साढ़े को यहो जिहा एक मामला सामने आया, आओ तुहानूं मिलाने हैं। सत श्री अकाल जी। बेटा अपना नाम दसो। मेरा नाम किरणदीप कौर है। मेरा नाम किरणदीप कौर है। अज आ की सट्टा किता लगियां तुहाडे? ये मेरे डैडी ते मेरी बड़ी भैन ते साडी काम वाली ने मेरे नाल कुੱਟਮਾਰ ਕੀਤੀ। गैस सिलेंडर खत्म होने के कारण मैं दूसरे पासों पाथियां लैन गई सी, उत्थों मैनू घड़ीस के अंदर लै गए ते अंदर मेरे नाल कुੱਟਮਾਰ करके मेरा सिर पाड़ दिता। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਤੁਹਾਡੇ ਨਾਲ ਇਦਾਂ ਹੋ ਰਹੀ ਹੈ? ਇਹ ਕਾਰਨ ਇਹ ਹੈ ਕਿ ਮੇਰੇ ਜਿਹੜੇ ਡੈਡੀ ਨੇ ਉਹ ਸੈਕਿੰਡ ਮੈਰਿਜ ਕਰਵਾਉਣਾ ਚਾਹੁੰਦੇ ਨੇ, ਕਿਉਂਕਿ ਮੇਰੀ ਮੰਮਾ ਦੀ ਡੈਥ ਹੋਈ ਵੀ ਆ। ਅਸੀਂ ਉਹ ਮੈਰਿਜ ਦੇ ਖਿਲਾਫ ਹਾਂ, ਅਸੀਂ ਮੈਰਿਜ ਕਰਵਾਉਣ ਨਹੀਂ ਦੇਣਾ ਚਾਹੁੰਦੇ, ਤਾਂ ਕਰਕੇ ਸਾਨੂੰ ਕੁੱਟਮਾਰ ਕਰਕੇ ਮਾਰਨਾ ਚਾਹੁੰਦੇ ਨੇਗੇ। ਤੁਹਾਡੇ ਜਿਹੜੇ ਸੱਟਾਂ ਲੱਗੀਆਂ ਖੋਲ ਕੇ ਦਿਖਾ ਦਿਓ ਸ਼ਹਿਰ ਵਿੱਚ। ਚਿਹਰਾ ਵੀ ਦਿਖਾਓ। ਕਿੱਥੇ ਰਹਿਣ ਵਾਲੇ ਕਿੱਥੇ ਹੋ ਤੁਸੀਂ ਦੱਸੋ? ਟਿੰਬਰਵਾਲ। ਹਾਂ ਟਿੰਬਰਵਾਲ। ਟਿੰਬਰਵਾਲ। ਇਹ ਕਿੱਥੇ ਥਾਣਾ ਕਿਹੜਾ ਪੈਂਦਾ ਉੱਥੇ? ਮਲੌਦ। ਤੁਸੀਂ ਉੱਥੇ ਪੁਲਿਸ ਕੰਪਲੇਂਟ ਦਿੱਤੀ ਹੈ? ਪੁਲਿਸ ਕੰਪਲੇਂਟ ਕੀਤੀ ਸੀ ਪਰ ਸਾਨੂੰ ਕੋਈ ਵੀ ਉਹਨਾਂ ਨੇ ਸਾਡੇ ਖਿਲਾਫ ਕੋਈ ਸੁਣਵਾਈ ਨਹੀਂ ਹੋਈ। ਤੇ ਅੱਜ ਤੁਸੀਂ ਇੱਥੇ ਚੜਿਆ ਮੋਹਾਲੀ ਕੀ ਕਰਨ ਆਏ ਹੋ? ਇੱਥੇ ਅਸੀਂ ਮੈਡਮ ਦੀ ਹੈਲਪ ਲਈ ਆਏ ਹਾਂ ਵੀ ਉਹ ਸਾਡੀ ਹੈਲਪ ਕਰਨ, ਸਾਨੂੰ ਇਨਸਾਫ ਦਿਵਾਉਣ। ਹਾਂਜੀ ਅੱਜ ਦੇਤੀ। ਹਾਂਜੀ। ਤੇ ਮਤਲਬ ਤੁਹਾਨੂੰ ਤੁਸੀਂ ਮੈਨੂੰ ਇਹ ਦੱਸੋ ਕਿ ਵਜ੍ਹਾ ਕੀ ਲੱਗਦੀ ਤੁਹਾਨੂੰ? ਇਹ ਕਿਉਂ ਮਤਲਬ ਵਜ੍ਹਾ ਇਹ ਹੈ ਕਿਉਂਕਿ ਉਹਨਾਂ ਨੂੰ ਇੱਦਾਂ ਵੀ ਹੁਣ ਵੀ ਬੇਟੀ ਦੀ ਮੈਰਿਜ ਕਰਨੀ ਪਊ ਤੇ ਉਹਨਾਂ ਕੋਲ ਮੇਰੀ ਮੈਰਿਜ ਦੇ ਲਈ ਪੈਸੇ ਨਹੀਂ ਹੈਗੇ, ਤਾਂ ਕਾਰਨ ਉਹ ਕੁੱਟਮਾਰ ਕਰਕੇ ਮੈਨੂੰ ਮਾਰਨਾ ਚਾਹੁੰਦੇ ਨੇ ਤੇ ਉਹਨਾਂ ਦੇ ਪੈਸੇ ਬਚ ਸਕਣ। ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ ਜਾਂ ਲੱਗ ਰਹਿੰਦੇ ਹੋ? 15 ਹਫ਼ਤਾ ਕੁ ਪਹਿਲਾਂ ਸਾਡਾ ਫੈਸਲਾ ਹੋਇਆ ਸੀਗਾ, ਉਦੋਂ ਵੀ ਕੁੱਟਮਾਰ ਕੀਤੀ ਸੀ ਤੇ ਅਸੀਂ ਪੁਲਿਸ ਦੇ ਵਿੱਚ ਕੰਪਲੇਂਟ ਕੀਤੀ ਸੀ ਤੇ ਸਾਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਸੀ। ਪਰ ਜਦ ਗੈਸ ਸਿਲੰਡਰ ਖਤਮ ਹੋ ਗਿਆ ਸੀ, ਮੈਂ ਦੂਸਰੇ ਪਾਸੇ ਜਦ ਪਾਥੀਆਂ ਲੈਣ ਗਈ, ਉਹਦੇ ਕਾਰਨ ਮੇਰੇ ਨਾਲ ਕੁੱਟਮਾਰ ਕੀਤੀ। ਤੁਹਾਡੇ ਨਾਲ ਕੌਣ ਹੈ ਜੀ? ਮੇਰਾ ਭਰਾ। ਹਾਂ, ਤੁਹਾਡਾ ਕੀ ਨਾਮ ਹੈ ਜੀ? ਗੁਰਵਿੰਦਰ ਸਿੰਘ। ਤੁਸੀਂ ਇਹਨਾਂ ਦੇ ਕੀ ਲੱਗਦੇ ਹੋ? ਮੈਂ ਇਸ ਦਾ ਭਰਾ ਲੱਗਦਾ ਹਾਂ। ਅੱਛਾ ਦੱਸੋ ਕੀ ਮਸਲਾ ਕੀ ਹੈ? ਸਰ ਐਕਚੁਅਲੀ ਅੱਜ ਤੋਂ ਜਾਣੀ ਕਿ ਇੱਕ ਹਫ਼ਤਾ ਪਹਿਲਾਂ ਅਸੀਂ ਪੁਲਿਸ ਥਾਣੇ ਕੰਪਲੇਂਟ ਕੀਤੀ ਸੀ, ਕਿਉਂਕਿ ਜਿਹੜੇ ਸਾਡੇ ਪਿਤਾ ਸੀ ਉਹ ਸਾਨੂੰ ਬਹੁਤ ਕੁੱਟਮਾਰ ਕਰਦੇ ਸੀਗੇ। ਉਸ ਦੇ ਦੌਰਾਨ ਅਸੀਂ ਪੁਲਿਸ ਥਾਣੇ 'ਚ ਕੰਪਲੇਂਟ ਕੀਤੀ ਤੇ ਉਹਨਾਂ ਨੇ ਸਾਡਾ ਸਮਝੌਤਾ ਕਰਵਾ ਦਿੱਤਾ, ਜਿਸ ਕਾਰਨ ਉਹਨਾਂ ਨੇ ਇੱਕ ਸਟਾਂਪ ਦਾ ਪੇਪਰ ਬਣਵਾ ਕੇ ਸਾਡਾ ਇਹ ਫੈਸਲਾ ਲਿਖਵਾਇਆ ਸੀ ਕਿ ਕਿਹੜਾ ਸਾਡਾ ਪਿਤਾ ਗਾ ਸਾਨੂੰ ਪ੍ਰਾਪਰਟੀ 'ਚੋਂ ਕੁਝ ਵੀ ਨਹੀਂ ਦੇ ਦਿੰਦਾ, ਕਿਉਂਕਿ ਸਰ ਕਿਹੜਾ ਮੇਰਾ ਪਿਤਾ ਹੈ ਉਹ ਸਾਡੀ ਪ੍ਰਾਪਰਟੀ 'ਚੋਂ ਆਪਣੀ ਪ੍ਰਾਪਰਟੀ 'ਚ ਸਾਨੂੰ ਕੁਝ ਵੀ ਨਹੀਂ ਦੇਣਾ ਚਾਹੁੰਦਾ। ਸਰ ਉਹ ਬੇਦਖਲ ਕਰ ਰਿਹਾ ਸੀਗਾ ਸਾਨੂੰ, ਤੇ ਪੰਚਾਇਤ ਦੇ ਕਹਿਣ ਸੁਣਨ ਦੇ ਨਾਲ ਉਹਨਾਂ ਨੇ ਇਹ ਫੈਸਲਾ ਲਿਆ ਕਿ ਕਿਹੜੀ ਕੁੜੀ ਹੈ ਉਹਦੇ ਵਿਆਹ ਦਾ ਖਰਚਾ ਸਾਰਾ ਮੈਂ ਆਪ ਕਰ ਦੂੰਗਾ, ਵੀ ਉਸ ਤੋਂ ਬਿਨਾਂ ਮੈਂ ਉਹਨਾਂ ਨੂੰ 1 ਮਹੀਨੇ ਦਾ 5000 ਰੁਪਏ ਖਰਚਾ ਦੇ ਦਿਆ ਕਰੂੰ। ਸਰ ਪਹਿਲੀ ਗੱਲ ਤਾਂ ਸਾਡਾ 5000 ਖਰਚੇ ਨਾਲ 5000 ਨਾਲ ਸਾਡਾ ਘਰ ਦਾ ਖਰਚਾ ਨਹੀਂ ਚੱਲ ਸਕਦਾ, ਕਿਉਂਕਿ 1500 ਦੇ ਸੌਦੇ ਆ ਜਾਂਦੇ ਨੇ, 1500 ਦੁੱਧ ਆ ਜਾਂਦਾ, 1000 ਰੁਪਏ ਜੋ ਢੋਲੀ ਆ ਜਾਂਦੀ, ਸਾਡੇ ਕੋਲ 1000 ਰੁਪਏ ਬਚਦਾ, ਜਿਸ ਨਾਲ ਮੈਂ ਆਪਣੀ ਪੜ੍ਹਾਈ ਵੀ ਕਰਨੀ ਹੈ, ਮੈਂ ਕੁੜੀ ਦਾ ਵੀ ਦੇਣੇ ਨੇਗੇ, ਕੱਪੜਾ ਜਿਹੜਾ ਵੀ ਲੈਣਾ, ਸਾਡੀ ਬਜਟ ਨਹੀਂ ਹੈਗੀ। ਉਸ ਕਾਰਨ ਸਰ ਸਾਨੂੰ ਉਹਨਾਂ ਨੇ ਇੱਕ ਮੱਝਾਂ ਵਾਲਾ ਪਾਸ ਦਿੱਤਾ ਜਿੱਥੇ ਅਸੀਂ ਰਹਿ ਰਹੇ ਸੀਗੇ, ਨਾ ਸਾਡੇ ਕੋਲ ਵਾਸ਼ਰੂਮ ਆ, ਨਾ ਸਾਡੇ ਕੋਲ ਕਿਚਨ ਆ, ਕੁਛ ਵੀ ਨਹੀਂ ਹੈਗਾ, ਜਿਸ ਕਾਰਨ ਸਰ ਗੈਸ ਸਿਲੰਡਰ ਖਤਮ ਹੋਣ ਕਰਕੇ ਸਾਡੇ ਕੋਲ ਪੈਸੇ ਨਹੀਂ ਸੀਗੇ। ਉੱਥੇ ਪੁਲਿਸ ਥਾਣੇ 'ਚ ਇਹ ਲਿਖਿਆ ਗਿਆ ਸੀ ਵੀ 20 ਦਿਨ ਅਸੀਂ ਇੱਕ ਦੂਸਰੇ ਦਾ ਕਿਹੜਾ ਥਾਂ ਵਰਤ ਸਕਦੇ ਹਾਂਗੇ, ਵੀ ਜਦੋਂ ਕੰਧ ਹੋ ਗਈ ਅਸੀਂ ਇੱਕ ਦੂਸਰੇ ਪਾਸੇ ਨਹੀਂ ਜਾ ਸਕਦੇ। ਸਰ ਕੰਧ ਹੋਈ ਨਹੀਂ ਸੀਗੀ ਤੇ ਮੇਰੀ ਭੈਣ ਕਹਿ ਰਹੀ ਸੀ ਮੈਨੂੰ ਵੀ ਮੈਂ ਖਾਣਾ ਬਣਾਉਣਾ ਗਾ, ਮੇਰੀ ਵੀ ਗੈਸ ਦੀ ਢੋਲੀ ਮੁੱਕ ਗਈ ਵੀ ਹੁਣ ਕੀ ਕਰਾਂ। ਸਰ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਪਾਥੀਆਂ ਲਿਆ। ਸਰ ਪਾਥੀਆਂ ਲੈਣ ਗਈ ਸੀ, ਸਰ ਮੈਂ ਦੁੱਧ ਲੈਣ ਚਲਾ ਗਿਆ ਸੀਗਾ। ਸਰ ਜਦੋਂ ਮੇਰੀ ਭੈਣ ਪਾਥੀਆਂ ਲੈਣ ਗਈ, ਸਰ ਇਹਨੂੰ ਅੰਦਰ ਖਿੱਚ ਕੇ, ਸਰ ਮੇਰੀ ਜਿਹੜੀ ਵੱਡੀ ਭੈਣ ਸੀ ਉਹ ਇਹ ਕਹਿ ਰਹੀ ਸੀਗੀ ਵੀ ਇਹਦੇ ਸਾਈਡ 'ਤੇ ਮਾਰ, ਵੀ ਆਹ ਜਗ੍ਹਾ ਬਹੁਤ ਸੌਫਟ ਹੁੰਦੀ ਆ, ਵੀ ਇੱਥੇ ਮਾਰ ਡੈਡੀਏ ਫਿਰ ਮਰੂਗੀ, ਵੀ ਉਹਨਾਂ ਟਾਈਮ ਇਹਨੂੰ ਕੁਛ ਨਹੀਂ ਹੋਣਾ ਹੈਗਾ। ਇਹਦੇ ਕਰਕੇ ਸਰ ਇਹਦੇ ਨਾਲ ਬਹੁਤ ਕੁੱਟਮਾਰ ਕਰੀ ਗਈ। ਸਰ ਜਦੋਂ ਕੂਕਾਂ ਪੈਂਦੀਆਂ ਸੀ, ਸਰ ਮੈਂ ਭੱਜ ਕੇ ਆਇਆ ਤਾਂ ਸਰ ਇਹਦੇ ਸਿਰ 'ਚੋਂ ਬਹੁਤ ਬਲੀਡਿੰਗ ਹੋ ਰਹੀ ਸੀਗੀ, ਜਿਹਦੀਆਂ ਸਰ ਉਸੇ ਟਾਈਮ ਮੈਂ ਫੋਟੋਜ਼ ਖਿੱਚੀਆਂ ਸੀਗੀਆਂ। ਤੇ ਸਰ ਮੇਰੇ ਕੋਲ ਕੋਈ ਵਹੀਕਲ ਨਹੀਂ ਸੀਗਾ, ਤੇ ਮੈਂ ਪਿੰਡ ਵਿੱਚ ਕਿਹੜਾ ਰੇੜੇ ਹੁੰਦੇ ਨੇਗੇ ਕਵਾੜ ਵਾਲੇ, ਮੈਂ ਉਹਦੇ ਵਿੱਚ ਪਾ ਕੇ ਕੁੜੀ ਨੂੰ ਪਿੰਡ ਲੈ ਕੇ ਗਿਆ ਤੇ ਪਿੰਡੋਂ ਕਿਸੇ ਦਾ ਵਹੀਕਲ ਕਰਵਾ ਕੇ ਮੈਨੂੰ ਹਸਪੀਟਲ 'ਚ ਐਡਮਿਟ ਕਰਵਾਇਆ। ਉਸ ਤੋਂ ਬਾਅਦ ਸਰ ਮੈਨੂੰ ਬਹੁਤ ਧਮਕੀਆਂ ਮਿਲੀਆਂ ਜਾ ਰਹੀਆਂ ਨੇ, ਮੇਰੀ ਵੱਡੀ ਭੈਣ, ਮੇਰੇ ਡੈਡੀ ਤੇ ਕੁੜੀ ਦੇ। ਹਾਂਜੀ ਸਰ MLR ਕੱਟੀ ਗਈ, ਕੁੜੀ ਦੇ ਬਿਆਨ ਵੀ ਹੋ ਗਏ, ਬਟ ਸਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕਦੋਂ ਬਿਆਨ ਲੈਣ ਆਏ ਸਰ ਉਹ ਸਾਡੇ ਨਾਲ ਇਹ ਕਹਿ ਰਹੇ ਸੀਗੇ ਵੀ ਕਿਹੜਾ ਬਾਪ ਕਿਹੜੀ ਸਕੀ ਭੈਣ ਵੀ ਇੱਕ ਕੁੜੀ ਨਾਲ ਕੁੱਟਮਾਰ ਕਰ ਦੋਗੇ। ਸਰ ਮੇਰੇ ਅਕੋਰਡਿੰਗ ਸਰ ਮੇਨ ਇਹਦਾ ਇਹੀ ਰੀਜ਼ਨ ਹੈਗਾ ਵੀ ਇਹਨੂੰ ਸ਼ਾਦੀ ਕਰਨੀ ਪਊਗੀ, ਸ਼ਾਦੀ 'ਤੇ ਪੈਸੇ ਲੱਗਣਗੇ, ਇਸ ਲਈ ਸਰ ਮੇਰੀ ਭੈਣ ਨੂੰ ਮਾਰਨਾ ਚਾਹੁੰਦੇ ਨੇਗੇ। ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ।
ਹਾਂਜੀ ਸਰ। ਜਿਹੜੀ ਤੁਹਾਡੀ ਜ਼ਮੀਨ ਹੈਗੀ ਹੈ ਜਿਹਦੇ ਤੋਂ ਤੁਹਾਨੂੰ ਬੇਦਖਲ ਕਰਨਾ ਚਾਹੁੰਦੇ ਨੇ, ਉਹ ਜ਼ਮੀਨ ਕਿੱਦਾਂ ਪਰਚੇਜ਼ ਕੀਤੀ ਗਈ, ਮਤਲਬ ਕਿੱਦਾਂ ਮਿਲੀ ਹੈ? ਉਹ ਸਰ ਸਾਰੀ ਜ਼ਮੀਨ ਯਾਨੀ ਕਿ 7 ਕਿੱਲੇ ਮੇਰੇ ਦਾਦੇ ਦੇ ਨੇਗੇ। ਉਸ ਤੋਂ ਬਾਅਦ ਕਿਹੜੇ 7 ਕਿੱਲੇ ਨੇ ਕਿਹੜੇ ਉਹ ਮੇਰੇ ਦਾਦੇ ਦੇ ਨੇਗੇ। ਉਸ ਤੋਂ ਬਾਅਦ ਸਰ ਕਿਹੜੀ ਪ੍ਰਾਪਰਟੀ ਵੀ ਅਸੀਂ ਖਰੀਦੀ ਸੀਗੇ, ਉਸ ਤੋਂ ਬਾਅਦ ਅਸੀਂ 8 ਬਿੱਗੇ ਪ੍ਰਾਪਰਟੀ ਖਰੀਦੀ ਸੀ, ਉਹ ਮੇਰੇ ਨਾਮ ਆਂਗੀ। ਬਾਕੀ ਕਿਹੜੀ ਪ੍ਰਾਪਰਟੀ ਆ ਮੈਨੂੰ ਡੈਡੀ ਉਹਦੇ 'ਚ ਬੇਦਖਲ ਕਰ ਰਹੇ ਆ। ਮੈਂ ਆਇਲਸ ਕੀਤਾ ਗਾ 5 ਪੁਆਇੰਟ ਬੈਂਡ ਗੌਟ ਕੀਤੇ ਨੇ, ਬਟ ਉਹ ਮੈਨੂੰ ਨਾ ਬਾਹਰ ਤੋੜਨਾ ਚਾਹੁੰਦਾ, ਨਾ ਮੈਨੂੰ ਜ਼ਮੀਨ ਦੇਣਾ ਚਾਹੁੰਦਾ। ਉਹ ਇਹ ਸਾਨੂੰ ਕਹਿ ਰਿਹਾ ਵੀ ਹਾਂ ਜੇ ਤੁਸੀਂ ਮੇਰੇ ਨਾਲ ਕੁਝ ਵੀ ਕੀਤਾ ਗਾ, ਮੈਨੂੰ ਵਿਆਹ ਲਈ ਰੋਕਿਆ, ਕੁਝ ਵੀ ਕੀਤਾ ਤਾਂ ਮੈਂ ਕਿਹੜਾ ਤੁਹਾਨੂੰ ਬੇਦਖਲ ਕਰ ਦੂੰਗਾ। ਤੁਹਾਡੇ ਕੌਣ ਲੱਗਦੇ ਨਾਲ? ਇਹ ਮੇਰੀ ਮਾਮੀ ਜੀ ਨੇਗੇ। ਇਹਨਾਂ ਨੂੰ ਵੀ ਇਹਦੇ ਬਾਰੇ ਪਤਾ ਹੈ, ਇਸ ਮਾਮਲੇ ਬਾਰੇ? ਇਹ ਤਾਂ ਜੀ ਰਾਤ ਸਾਡੇ ਕੋਲੇ 10:30 ਵਜੇ ਆਏ ਨੇ। ਤੁਸੀਂ ਕੋਈ ਦਖਲਅੰਦਾਜ਼ੀ ਕਰਕੇ ਕਿਹਾ ਨਾ ਨਾ ਜੀ, ਅਸੀਂ ਕੋਈ ਫੋਨ ਨਹੀਂ ਕਰਿਆ, ਕੁਛ ਵੀ ਨਹੀਂ ਕਰਿਆ। ਸਾਡੇ ਨਾਲ ਵਰਤਦਾ ਵੀ ਖਤਮ ਸੀ ਇਹਨਾਂ ਦਾ। ਅੱਛਾ ਜੀ, ਸਰ ਐਕਚੁਅਲੀ ਮੈਂ ਕੁਝ ਕਹਿਣਾ ਚਾਹੁੰਦਾ। ਹਾਂ ਦੱਸੋ। ਸਰ ਅੱਜ ਤੋਂ 6 ਮਹੀਨੇ ਪਹਿਲਾਂ ਮੇਰੀ ਮੰਮੀ ਦੀ ਡੈਥ ਹੋ ਗਈ ਸੀਗੀ ਤੇ ਸਰ ਉਸ ਤੋਂ 20 ਦਿਨ ਬਾਅਦ ਕਿਹੜਾ ਮੇਰਾ ਡੈਡੀ ਸੀਗਾ ਉਹ ਕਹਿੰਦਾ ਸੀ ਮੈਂ ਵਿਆਹ ਕਰਵਾਉਣਾ। ਮੇਰੇ ਨਾਨਕੇ ਪਰਿਵਾਰ ਮੇਰੇ ਮਾਮਾ ਜੀ ਹੁੰਦੇ ਆਏ ਡੈਡੀ ਨੂੰ ਸਮਝਾਉਣ ਵੀ ਤੂੰ ਵਿਆਹ ਕਰਵਾਉਣ ਦਾ ਵਧੀਆ ਨਹੀਂ ਲੱਗਦਾ, ਕਿਉਂਕਿ ਸਰ ਮੇਰੀ ਕਿਹੜੀ ਭੈਣ ਹੈ, ਇਹਦੀ 22 ਸਾਲ ਦੀ ਉਮਰ ਹੈ, ਮੈਂ 19 ਸਾਲ ਦਾਗਾ ਸਰ। ਬਟ ਉਹਨੇ ਸਾਡੀ ਸਮਝੀ ਨਹੀਂ ਹੈਗੀ, ਸੁਣੀ ਨਹੀਂ ਹੈਗੀ ਤੇ ਉਹਨਾਂ ਨੇ ਮੇਰੇ ਨਾਨਕਿਆਂ ਖਿਲਾਫ ਕਾਰਵਾਈ ਕਰ ਦਿੱਤੀ। ਕਾਰਵਾਈ ਕਰਨ ਦੇ ਦੌਰਾਨ ਸਰ ਥਾਣੇ 'ਚ ਇਹ ਸਮਝੌਤਾ ਹੋ ਗਿਆ ਵੀ ਜੇਕਰ ਉਹ ਨਾਨਕੇ ਪਰਿਵਾਰ ਨਾਲ ਵਰਤੂਗਾ ਮੁੰਡਾ ਤੇ ਕੁੜੀ ਵਰਤਣਗੇ ਤਾਂ ਮੈਂ ਉਹਨਾਂ ਨੂੰ ਬੇਦਖਲ ਕਰ ਦੂੰ। ਮੇਰੇ ਮਾਮਾ ਜੀ ਨੇ ਮੈਨੂੰ ਐਡਵਾਈਸ ਦਿੱਤੀ ਵੀ ਪੁੱਤ ਕੋਈ ਗੱਲ ਨਹੀਂ, ਜੋ ਕੁਛ ਹੈਗਾ ਤੁਹਾਡਾ ਪਿਓ ਆ, ਤੁਸੀਂ ਕਿਹੜੇ ਨਾਲ ਵਧੀਆ ਰਹੋ ਸਰ। ਬਟ ਅਸੀਂ ਆਪਣੇ ਨਾਨਕੇ ਪਰਿਵਾਰ ਨਾਲ ਵੀ ਤੋੜਤੀ। ਜੇਕਰ ਸਰ ਅਸੀਂ ਉਹਨਾਂ ਨੂੰ ਕਾਲ ਕਰਦੇ, ਤੁਹਾਡੀ ਸਾਡੇ ਕਾਲ ਡਿਟੇਲਸ ਕਢਵਾਉਂਦਾ ਗਾ ਵੀ ਕਾਲ ਕਰਦੇ ਨੇ ਜਾਂ ਨਹੀਂ ਕਰਦੇ। ਜੇ ਅਸੀਂ ਉਹਨਾਂ ਨੂੰ ਕਦੇ ਮਿਲਦੇ ਹਾਂ ਸਾਡੇ ਪਿੱਛੇ ਸਾਨੂੰ ਫੋਲੋ ਕਰਦਾ ਗਾ, ਬਟ ਉਹਨਾਂ ਨੇ ਸਾਡਾ ਬਿਲਕੁਲ ਇਹਨਾਂ ਨਾਲ ਲਿੰਕ ਤੋੜਤਾ। ਉਹਨਾਂ ਨੇ ਇਹ ਲਿੰਕ ਤਾਂ ਤੋੜਿਆ ਕਿਉਂਕਿ ਜੇਕਰ ਕੱਲ੍ਹ ਨੂੰ ਸਾਨੂੰ ਕੁਝ ਵੀ ਹੁੰਦਾ ਸਾਡੇ ਪਿੱਛੇ ਉੱਤਾ ਚੱਕਣ ਵਾਲੇ ਸਿਰਫ ਮੇਰੇ ਨਾਨਕੇ ਨੇਗੇ ਸਰ। ਉਹਨਾਂ ਨੇ ਇਹਦੇ ਕਰਕੇ ਸਾਨੂੰ ਸਾਡੇ ਨਾਨਕੇ ਪਰਿਵਾਰ ਨਾਲ ਤੋੜਤਾ ਸਰ। ਜਾਂਦੀ ਹੱਦ ਨੂੰ ਕਦੋਂ ਸਾਡੇ ਕੋਲ ਕੱਲ੍ਹ ਕੋਈ ਆਪਸ਼ਨ ਨਹੀਂ ਸੀਗੀ, ਇਸ ਲਈ ਸਰ ਮੈਂ ਆਪਣੇ ਫੋਨ 'ਤੇ ਯਾਨੀ ਕਿ ਕੋਈ ਵੀ ਨਹੀਂ ਗੱਲ ਕੀਤੀ ਆਪਣੇ ਨਾਨਕਾ ਪਰਿਵਾਰ ਨਾਲ ਸਰ। ਉਸ ਤੋਂ ਬਾਅਦ ਯਾਨੀ ਕਿ ਮੈਂ ਰਾਤ 10:30 ਵਜੇ ਭੈਣ ਨੂੰ ਲੈ ਕੇ ਬਾਈਕ 'ਤੇ ਸਰ ਮੈਂ ਨਾਨਕੇ ਪਹੁੰਚਿਆ ਕਿ ਤਾਂ ਕਿ ਮੇਰੀ ਕੋਈ ਹੈਲਪ ਕਰ ਸਕਣ, ਕਿਉਂਕਿ ਸਰ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ। 3-4 ਵਾਰ ਉਹਨਾਂ ਨੇ ਸਾਡੇ 'ਤੇ FIR ਕਰਵਾਤੀ। ਮੇਰੇ ਪਿਓ ਨੂੰ ਕੁਝ ਨਹੀਂ ਹੋਇਆ ਹੁੰਦਾ, ਸਿਰਫ ਸਿੱਧਾ ਜਾ ਕੇ ਥਾਣੇ 'ਚ ਹਸਪੀਟਲ ਪੈ ਜਾਂਦਾ, ਪਰਚਾ ਕਰਵਾ ਦਿੰਦਾ। ਤੇ ਮੇਰੀ ਭੈਣ ਨੇ ਗ੍ਰੈਜੂਏਸ਼ਨ ਕੀਤੀ ਸੀ, ਇਹਨੂੰ ਵੀ ਪੜ੍ਹਨੋਂ ਹਟਾ ਲਿਆ। ਇੰਨੀਆਂ ਕਿ ਜ਼ਿਆਦਾ ਬਦਤਮੀਜ਼ੀਆਂ ਕਰਦਾ ਭੈਣ ਦੇ ਨਾਲ, ਬਹੁਤ ਜ਼ਿਆਦਾ ਅਬਿਊਜ਼ਿੰਗ ਕਰਦਾ। ਸਾਹਮਣੇ ਯਾਨੀ ਕਿ ਉਹ ਨਿੱਕਰ ਉਤਾਰ ਕੇ ਸਾਹਮਣੇ ਖੜ ਜਾਂਦਾ, ਇੱਥੋਂ ਤੱਕ ਉਹ ਪਹੁੰਚ ਚੁੱਕਿਆ। ਹਾਂਜੀ ਤੁਸੀਂ ਫਿਰ ਕੀ ਮੰਗ ਕਰਦੇ? ਸਰ ਮੇਰੇ ਕੋਲ ਮੈਂ ਕੋਈ ਮੰਗ ਨਹੀਂ ਕਰਦਾ, ਸਿਰਫ ਮੈਂ ਇਹ ਮੰਗ ਕਰਦਾ ਕਿ ਸਾਨੂੰ ਹਿੱਸਾ ਦੇ ਕੇ ਤੇ ਸਾਨੂੰ ਅੱਡ ਕੇ ਦਿੱਤਾ ਜਾਵੇ, ਅੱਡ ਕਰ ਦਿੱਤਾ ਜਾਵੇ। ਕਿਉਂਕਿ ਸਰ ਸਾਨੂੰ ਉਹਦੇ ਤੋਂ ਖਤਰਾ ਗਾ, ਕਿਉਂਕਿ ਸਰ ਜਿਹੜੇ ਹਿਸਾਬ ਨਾਲ ਉਹਨੇ ਹੁਣ ਮੇਰੀ ਭੈਣ ਤੇ 9 ਟਾਂਕੇ ਲੱਗੇ ਨੇ, ਉਹਨਾਂ ਦਾ ਸਿਰ ਪਾੜਤਾ, ਕੁੱਟਮਾਰ, ਸੋਟੀਆਂ, ਨਿਸ਼ਾਨ ਬਹੁਤ ਜ਼ਿਆਦਾ ਨੇਗੇ। ਇਸ ਲਈ ਸਰ ਮੈਂ ਇਹੀ ਮੰਗ ਕਰਨਾ ਚਾਹੁੰਦਾ ਕਿ ਸਾਨੂੰ ਹਿੱਸਾ ਦੇ ਕੇ ਸਾਡਾ ਅੱਡ ਕਰ ਦਿੱਤਾ ਜਾਵੇ। ਤੁਸੀਂ ਕੀ ਚਾਹੁੰਦੇ ਹੋ? ਮੈਂ ਵੀ ਇਹੀ ਚਾਹੁੰਦੀ ਹਾਂ ਕਿ ਸਾਨੂੰ ਸਾਡਾ ਹਿੱਸਾ ਦੇ ਦਿੱਤਾ ਜਾਵੇ। ਤੁਸੀਂ ਸੁਣਿਆ ਇੱਕ ਭੈਣ ਭਰਾ ਦਾ ਦੁੱਖ ਤਕਲੀਫ ਕੀ ਹੈ ਆਪਣੇ ਜੋ ਸਕੇ ਬਾਪ ਤੋਂ, ਲੇਕਿਨ ਇਹਨਾਂ ਦੀ ਗੱਲ ਦੇ ਵਿੱਚੋਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜੋ ਜ਼ਮੀਨ ਇਸ ਲੜਕੇ ਦੇ ਨਾਮ ਦੇ ਉੱਪਰ ਹੈ ਉਸ ਦੀ ਆਪਣੀ ਖਰੀਦ ਹੈ, ਕਾਨੂੰਨ ਉਹ ਇਸ ਦਾ ਹੱਕਦਾਰ ਹੈ। ਇਸ ਦੇ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜੋ ਉੱਥੇ ਦੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸੁਣ ਰਹੇ ਹੋਣਗੇ ਜਾਂ ਇਸ ਵੀਡੀਓ ਨੂੰ ਦੇਖਣਗੇ, ਉਹ ਇਸ ਚੀਜ਼ ਨੂੰ ਜਾਣ ਲੈਣ ਕਿ ਇਹ ਬੱਚੇ ਕਿੰਨੀ ਦਿੱਕਤ ਦੇ ਵਿੱਚ ਨੇ ਔਰ ਇਹਨਾਂ ਦੀ ਇਹ ਜੱਦੀ ਜ਼ਮੀਨ, ਦਾਦੇ ਦੀ ਜ਼ਮੀਨ, ਦਾਦਾ ਮਾਲਕੀ ਵਿੱਚੋਂ ਬਾਪ ਉਸ ਦੀ ਜ਼ਮੀਨ 'ਚੋਂ ਬਦਖਲ ਨਹੀਂ ਕਰ ਸਕਦਾ। ਜੇ ਉਹ ਬਦਖਲ ਕਰਦਾ ਆ ਤੇ ਉਹਦੇ ਉੱਪਰ ਉਲਟਾ ਪਰਚਾ ਹੋ ਸਕਦਾ, ਕਿਉਂਕਿ ਉਸ ਦੀ ਜਿਹੜੀ ਨੀਅਤ ਹੈ ਸਿਰਫ ਜ਼ਮੀਨ ਖੋਹਣ ਦੀ ਹੈ, ਜਦਕਿ ਬੱਚਿਆਂ ਦਾ ਕੋਈ ਦੋਸ਼ ਨਹੀਂ ਹੈ। ਤੇ ਮੰਗ ਕਰ ਰਹੇ ਨੇ ਪ੍ਰਸ਼ਾਸਨ ਤੋਂ। ਅੱਜ ਮਹਿਲਾ ਕਮਿਸ਼ਨ ਦੇ ਕੋਲ ਵੀ ਆਏ ਨੇ। ਤੁਸੀਂ ਜੋ ਗੰਭੀਰ ਸੱਟਾਂ ਲੱਗੀਆਂ ਨੇ ਇਸ ਲੜਕੀ ਦੇ ਉੱਪਰ ਉਹ ਤੁਸੀਂ ਦੇਖ ਸਕਦੇ, ਤੁਸੀਂ ਦੇਖਿਆ ਨੇ। ਤੇ ਸਟੇਟ ਕਮਿਸ਼ਨ ਫॉर ਵੂਮਨ ਇਸ ਦਫ਼ਤਰ ਇਹਨਾਂ ਨੇ ਦਰਖਾਸਤ ਦਿੱਤੀ ਹੈ, ਠੀਕ ਹੈ, ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਨਾਲ ਇਨਸਾਫ ਹੋਏਗਾ। ਧੰਨਵਾਦ।